बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं दसांगा कि एक पाकिस्तानी बुढ़ा बेचारा जिहदी उम्र 55 साल हुंदी आ ते उहदा बेटा जिहड़ा 10 साल तो कैनेडा रहिंदा ਤੇ ਉਹ ਜਦੋਂ ਉਹਦੀ ਉਮਰ 55 ਸਾਲ ਹੁੰਦੀ ਆ ਉਹ ਬੁੜੇ ਬਾਪ ਨੂੰ ਕਹਿੰਦਾ ਕਿ ਅੱਬਾ ਜੀ ਤੁਸੀਂ ਨਾ ਕੈਨੇਡਾ ਸਾਡੇ ਕੋਲ ਆ ਜਾਓ ਤੇ ਆ ਕੇ ਇੱਥੇ ਰਹੋ, ਤੁਸੀਂ ਇਕੱਲੇ ਰਹਿੰਦੇ ਹੋ, ਤੁਹਾਡਾ ਕਿਵੇਂ ਦਿਲ ਲੱਗਦਾ ਹੋਏਗਾ। ਤੇ ਉਹ ਜਿਹੜਾ ਬਾਪ ਸੀ ਉਹਦਾ ਨਾਂ ਸੀ ਸ਼ਕੀਲ। ਉਹਦੇ ਦਿਲ 'ਚ ਵੀ ਬੜੀਆਂ ਖਾਹਿਸ਼ਾਂ ਸੀ ਕਿ ਚਲੋ ਮੈਂ ਵੀ ਕੈਨੇਡਾ ਚਲ ਜਾ ਆਪਣੇ ਬੇਟੇ ਕੋਲ। ਉਹਦੇ ਬੇਟੇ ਨੇ ਉੱਥੇ ਜਾ ਕੇ ਸ਼ਾਦੀ ਕਰਾ ਲਈ ਸੀ। ਉਹਦਾ ਇੱਕ ਪੋਤਾ ਸੀ। ਉਹ ਕਹਿੰਦਾ ਸੀ ਚਲੋ ਮੈਂ ਵੀ ਆਪਣੇ ਪੋਤੇ ਨੂੰ ਵੇਖ ਲਾਂਗਾ, ਉਹਦੇ ਨਾਲ ਖੇਡਦਾ ਖੂਡਦਾ ਰਵਾਂਗਾ, ਜਿਹੜੀ ਜ਼ਿੰਦਗੀ ਆ ਗੁਜ਼ਾਰ ਲਾਂਗਾ। ਤੇ ਲੇਕਿਨ ਉਸ ਨੂੰ ਨਹੀਂ ਸੀ ਪਤਾ ਸ਼ਕੀਲ ਨੂੰ ਕਿ ਇਹ ਇੱਕ ਚਾਲ ਆ ਮੇਰੇ ਬੇਟੇ ਦੀ ਜਾਂ ਮੇਰੀ ਬਹੂ ਦੀ। ਉਹਨਾਂ ਨੇ ਕਹਿ ਸੁਣ ਕੇ ਤੇ ਇਹਨੂੰ ਬੁਲਵਾ ਲਿਆ ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਉਸ ਵਿਚਾਰੇ ਬੁੜੇ ਬਾਬੇ ਦੇ ਨਾਲ ਇਹਨਾਂ ਨੇ ਫਿਰ ਕੀ ਸਲੂਕ ਕੀਤਾ, ਕੀ ਤਫਸੀਲਾਤ ਨੇ। ਆਓ ਉਹ ਤੁਹਾਨੂੰ ਮੈਂ ਸਾਰੀ ਦੱਸਦਾ ਹਾਂ। ਇੱਕ ਸ਼ਕੀਲ ਆ ਪਾਕਿਸਤਾਨੀ ਆਦਮੀ ਜਿਹਦੀ ਉਮਰ 55 ਸਾਲ ਆ ਤੇ ਇਹਦੀ ਇੱਕ ਬੇਟੀ ਸੀ। ਉਹਨੇ ਆਪਣੀ ਬੇਟੀ ਦੀ ਸ਼ਾਦੀ ਜਿਹੜੀ ਹੈ ਨਾ ਪਾਕਿਸਤਾਨ ਦੇ ਵਿੱਚ ਕਰਤੀ ਤੇ ਉਸ ਤੋਂ ਬਾਅਦ ਇੱਕ ਉਹਦਾ ਬੇਟਾ ਸੀ, ਉਹਨੇ ਨਾ ਉਹਨੂੰ ਕੈਨੇਡਾ ਭੇਜ ਦਿੱਤਾ। ਕੈਨੇਡਾ ਜਾ ਕੇ ਉਹ ਸੈਟਲ ਹੋ ਗਿਆ, 10 ਸਾਲ ਕੈਨੇਡਾ ਰਿਹਾ। ਉੱਥੇ ਜਾ ਕੇ ਫਿਰ ਉਹਨੇ ਨਾ ਸ਼ਾਦੀ ਵਗੈਰਾ ਕਰ ਲਈ ਤੇ ਫਿਰ ਉੱਥੇ ਉਹਦੇ ਇੱਕ ਬੇਟਾ ਪੈਦਾ ਹੋਇਆ। ਇਹ ਜਿਹੜਾ ਬੁੜਾ ਬਾਪ ਸੀ ਸ਼ਕੀਲ, 55 ਸਾਲ ਜਦੋਂ ਇਹਦੀ ਉਮਰ ਹੋ ਗਈ ਤੇ ਇਹਦੀ ਵਾਈਫ ਜਿਹੜੀ ਸੀ, ਇਹਦੀ ਬੁੱਢੀ ਜਿਹੜੀ ਸੀ ਤੀਵੀਂ, ਉਹ ਫੌਤ ਹੋ ਗਈ ਸੀ, ਮਰ ਗਈ ਸੀ। ਤੇ ਚੰਗਾ ਯਾਨੀ ਆਦਮੀ ਸੀ, ਇੱਥੇ ਬਹਿੰਦਾ ਉੱਠਦਾ ਸੀ, ਲੋਕਾਂ ਦੇ ਕੋਲ ਹਵੇਲੀ ਹੈ ਸੀ ਤੇ ਹੁੱਕਾ ਹੱਕਾ ਧਰ ਲੈਣਾ, ਬਹਿ ਕੇ ਪੀਣਾ ਤੇ ਲੋਕਾਂ ਨਾਲ ਗੱਪਾਂ ਛੱਪਾਂ ਲਾਣੀਆਂ। ਦਿਲ ਲੱਗਾ ਸੀ ਪਾਕਿਸਤਾਨ ਦੇ ਵਿੱਚ, ਲੇਕਿਨ ਇੱਕ ਖਾਸ਼ ਸੀ, ਤੜਪ ਸੀ ਔਲਾਦ ਦੀ ਕਿ ਯਾਰ ਮੇਰਾ ਉਹ ਜਿਹੜਾ ਪੋਤਾ ਸੀ ਉਹ ਕਿੱਦਾਂ ਦਾ ਹੋਏਗਾ, ਕਿਵੇਂ ਦਾ ਹੋਏਗਾ, ਮੈਂ ਉਹਨੂੰ ਵੇਖਾਂ। ਉਹਦੀ ਤੜਪ ਖਾਸ਼ ਜਿਹੜੀ ਸੀ ਨਾ ਉਹਨੂੰ ਟਿਕਣ ਨਹੀਂ ਸੀ ਦਿੰਦੀ ਹੈਗੀ। ਤੇ ਜਦੋਂ ਉਹਦੀ ਉਮਰ 55 ਸਾਲ ਹੋ ਗਈ ਨਾ ਤੇ ਉਹ ਕੱਲਾ ਹੀ ਰਹਿੰਦਾ ਸੀ, ਬੀਵੀ ਉਹਦੀ ਫੌਤ ਹੋ ਗਈ ਸੀ। ਫਿਰ ਉਹਦੇ ਬੇਟੇ ਨੇ ਕਿਹਾ ਕਿ ਅੱਬਾ ਜੀ ਤੁਸੀਂ ਤੇ ਇਕੱਲੇ ਰਹਿੰਦੇ ਹੋ, ਆਜੋ ਸਾਡੇ ਕੋਲ ਕੈਨੇਡਾ ਆ ਕੇ ਅਜੈਸ਼ੀ ਦੀ ਜ਼ਿੰਦਗੀ ਗੁਜ਼ਾਰੋ। ਇਹ ਕੁਦਰਤ ਦੀ ਗੱਲ ਹੈ ਕਿ ਪਾਕਿਸਤਾਨੀ ਫੈਮਲੀਆਂ ਜਿੰਨੀਆਂ ਵੀ ਨੇ ਕੈਨੇਡਾ ਰਹਿੰਦੀਆਂ ਨੇ ਨਾ, ਉਹ ਲੋਕ ਨੌਕਰ ਜਿਹੜਾ ਨੇ ਨਾ ਘਰ ਨਹੀਂ ਰੱਖਦੇ, ਕਿਉਂਕਿ ਨੌਕਰ ਨੂੰ 1000-1500 ਜੋ ਵੀ ਪਾਉਂਡ ਜਾਂ ਡਾਲਰ ਜਾਂ ਜੋ ਵੀ ਉੱਥੇ ਦੀ ਕਰੰਸੀ ਦੇਣਾ ਪੈਂਦਾ, ਇਹ ਬੜਾ ਮਹਿੰਗਾ ਪੈਂਦਾ। ਇਸ ਵਾਸਤੇ ਉਹ ਲੋਕ ਇਹੀ ਚਾਹੁੰਦੇ ਨੇ ਕਿ ਪਾਕਿਸਤਾਨ ਦੇ ਵਿੱਚੋਂ ਹੀ ਕੋਈ ਬੰਦਾ ਅਸੀਂ ਲੈ ਕੇ ਜਾਈਏ। ਤੇ ਉਹ ਜਿਹੜਾ ਵਾਲਦ ਆ ਉਹ ਆਪਣੇ ਬੇਟੇ ਨੂੰ ਕਹਿੰਦਾ ਠੀਕ ਆ ਬੇਟਾ, ਅਗਰ ਤੂੰ ਚਾਹਨਾ ਕਿ ਮੈਂ ਤੇਰੇ ਕੋਲ ਆ ਜਾਵਾਂ ਕੈਨੇਡਾ, ਤੂੰ ਮੇਰਾ ਵੀਜ਼ਾ ਲਵਾ ਦੇ। ਉਹਦੇ ਬੇਟੇ ਨੇ ਨਾ ਆਪਣੇ ਵਾਲਦ ਦਾ ਵੀਜ਼ਾ ਲਵਾਤਾ। ਉਦੋਂ ਉਹਦੀ ਉਮਰ 55 ਸਾਲ ਸੀ, ਉਹ ਇਕੱਲਾ ਹੀ ਸੀ ਇੱਥੇ ਪਾਕਿਸਤਾਨ ਰਹਿੰਦਾ। ਬੇਟੀ ਆਪਣੇ ਘਰ ਸੀ, ਸ਼ਾਦੀशुदा ਸੀ, ਉਹ ਆਪਣੇ ਘਰ 'ਚ ਰਹਿੰਦੀ ਸੀ। ਜਿਸ ਵੇਲੇ ਵੀਜ਼ਾ ਅਪਲਾਈ ਕੀਤਾ ਤੇ ਸ਼ਕੀਲ ਸਾਹਿਬ ਦਾ ਵੀਜ਼ਾ ਹੈ ਬਾਬੇ ਦਾ, ਬਜ਼ੁਰਗ ਦਾ ਲੱਗ ਜਾਂਦਾ। ਹੁਣ ਸ਼ਕੀਲ ਨੂੰ ਨਹੀਂ ਸੀ ਪਤਾ ਕਿ ਹੁਣ ਮੇਰੀ ਜਿਹੜੀ ਨੂੰਹ ਆ ਤੇ ਮੇਰਾ ਬੇਟਾ ਉਹ ਮੇਰੇ ਨਾਲ ਉੱਥੇ ਜਾ ਕੇ ਕੀ ਸਲੂਕ ਕਰਨਗੇ। ਉਹਨੂੰ ਤਾਂ ਇਹ ਸੀ ਨਾ ਕਿ ਯਾਰ ਮੇਰਾ ਬੇਟਾ ਆ, ਮੇਰੀ ਕਦਰ ਕਰੂਗਾ, ਕਿਉਂਕਿ ਵਾਲਦੈਨ ਜਿਹੜੇ ਨੇ ਨਾ ਉਹ ਇੱਕ ਬਹੁਤ ਬੜੀ ਨੇਮਤ ਆ ਅਗਰ ਕੋਈ ਬੰਦਾ ਸਮਝੇ ਤਾਂ। ਲੇਕਿਨ ਜਿਹੜਾ ਬੰਦਾ ਨਹੀਂ ਸਮਝਦਾ, ਵਾਲਦੈਨ ਦੀ ਇੱਜ਼ਤ ਨਹੀਂ ਕਰਦਾ, ਮਾਂ ਦੀ ਇੱਜ਼ਤ ਨਹੀਂ ਕਰਦਾ, ਵਾਲਦ ਦੀ ਨਹੀਂ ਕਰਦਾ, ਮਾਂ ਦੀਆਂ ਕਦਮਾਂ ਦੇ ਥੱਲੇ ਜੰਨਤ ਆ। ਤੇ ਅੱਲਾਹ ਦੇ ਨਬੀ ਕੋਲੋਂ ਇੱਕ ਸਹਾਬੀ ਨੇ ਸਵਾਲ ਕੀਤਾ, ਬੰਦੇ ਨੇ, ਸਭ ਤੋਂ ਜ਼ਿਆਦਾ ਜਿਹੜੀ ਅਹਿਮੀਅਤ ਆ ਕਿਹਦੀ ਆ? आपने फरमाया मां दी। फिर उन्हें पूछा, आपने फरमाया मां दी। फिर पूछा, आपने फरमाया मां दी। चौथी दफा जाके दस्या कि तेरे बाप दी। इस तरह मां दी जेड़ी फजीलत आ बहुत ज्यादा है, अहमियत आ। बाप दी भी उस तो घट नहीं हैगी। बुढ़े मां बाप दी तुसी वालदैन दी खिदमत कर लो, हज तो ज्यादा सवाब हुंदा है। हज अपनी जगह ते, लेकिन बुढ़े वालदैन दी खिदमत करना ये बहुत बड़ा अजर आ। ते ओने वीजा जिस वेले लवाया शकील साहब इथों पाकिस्तान चों टिकट लेंदे ने, कैनेडा रवाना हो जांदे ने, जाके उत्थे पहुंच जांदे ने। ओ जिहड़ा वीजा सी ना शकील साहब दा, उसदे बेटे ने ना 6 महीने दा लवाया सी। जिस वेले 2 महीने हो जांदे आ ना तां उहनां दी बेगम जिहड़ी आ बड़ी तंग हो जांदी आ। ते फिर आस्ता आस्ता ओ जिहड़ा शकील दा बेटा ओ अपनी बेगम नूं कहंदा, बेगम हुण तूं भी ड्यूटी कर ला, किते कोई काम शाम कर ला, अब्बू हैगे ने घर, बच्चे नूं सांभ लिया करनगे, देख लिया करनगे। ओ जिहड़ी बेगम आ ओ कहंदी ठीक आ, मैं
मैं कोई होर पासे काम कर लैंदी हाँ, देख लैंदी हाँ, चलो अबू हैगे ने घर। उस तो इलावा अबू जदों भी वो बेटे नूं ਚੱਕਦਾ ਸੀ ना ते ਉਹ ਜਿਹੜੀ ਉਹਦੀ ਬੁੱਢੀ ਸੀ ਨਾ ਉਹ ਉਸੇ ਟਾਈਮ ਨਾ ਫਿਰ ਜਦੋਂ ਉਹਦੇ ਕੋਲੋਂ ਆਂਦਾ ਸੀ ਨਲਾਉਂਦੀ ਸੀ। ਉਧਰ ਜ਼ਿਆਦਾ ਕੈਨੇਡਾ ਦੇ ਵਿੱਚ ਬਰਫ਼ਬਾਰੀ ਪੈਂਦੀ, ਠੰਡ ਜ਼ਿਆਦਾ ਆ ਤੇ ਉਹਨੇ ਨਾ ਸ਼ਿਕਾਇਤ ਕੀਤੀ ਆਪਣੇ ਬੇਟੇ ਨੂੰ ਕਿ ਇਹ ਮੁੰਡੇ ਨੂੰ ਬਾਰ-ਬਾਰ ਨਲਾਈ ਜਾਂਦੀ ਆ ਤੇ ਇਹਨੂੰ ਠੰਡ ਲੱਗ ਜੂ, ਬਿਮਾਰ ਹੋ ਜਾਊਗਾ। ਤੇ ਉਹਨੇ ਆਪਣੀ ਬੀਵੀ ਨੂੰ ਪੁੱਛਿਆ ਤੂੰ ਇਹਨੂੰ ਬਾਰ-ਬਾਰ ਕਿਉਂ ਨਲਾਨੀ ਆ? ਉਹਨੇ ਦੱਸਿਆ ਕਿ ਮੈਨੂੰ ਅਬੂ ਦੇ ਕੋਲੋਂ ਅਜੀਬ ਕਿਸਮ ਦੀ ਸਮੈਲ ਆਂਦੀ ਆ ਜਦੋਂ ਉਹ ਮੇਰੇ ਬੇਟੇ ਨੂੰ ਚੁੱਕਦਾ। ਮੇਰਾ ਦਿਲ ਕਰਦਾ ਕਿ ਮੈਂ ਨਲਾ ਦਿਆਂ ਤਾਂ ਕਿ ਇਹਦੇ ਉੱਤੇ ਕੋਈ ਜਰਾਸੀਮ ਨਾ ਲੱਗ ਜਾਣ। ਇਸ ਤਰ੍ਹਾਂ ਦੀ ਉਹਦੀ ਸੋਚ ਸੀ ਬਹੂ ਦੀ। ਉਹ ਫਿਰ ਨਾ ਉਹਨੇ ਕਿਹਾ ਆਪਣੀ ਬੇਗਮ ਨੂੰ ਕਿ ਤੂੰ ਵੀ ਨੌਕਰੀ ਕਰ ਲਾ। ਉਹ ਬੇਗਮ ਵੀ ਨੌਕਰੀ ਤੇ ਜਾਣ ਲੱਗ ਪਈ। ਫਿਰ ਉਹਨਾਂ ਨੇ ਕਿਹਾ ਕਿ ਅਬੂ ਇਹ ਬੱਚੇ ਦੀ ਦੇਖਭਾਲ ਕਰਿਆ ਕਰ। ਅਬੂ ਹੋਣੀ ਫਿਰ ਬੱਚੇ ਦੀ ਦੇਖਭਾਲ ਕਰਨ ਲੱਗ ਪਏ। ਆਸਤਾ ਆਸਤਾ ਅਬੂ ਹੋਣਾ ਦੇ ਉੱਤੇ ਹੋਰ ਵਜ਼ਨ ਪਾਉਣਾ ਸ਼ੁਰੂ ਕਰਤਾ ਘਰ ਦਾ ਕਿ ਅਬੂ ਇਹ ਤੁਹਾਡੀ ਨੂੰਹ ਜਿਹੜੀ ਆ ਇਹ ਜਿਸ ਵੇਲੇ ਡਿਊਟੀ ਤੋਂ ਆਉਂਦੀ ਆ ਬੜੀ ਥੱਕੀ ਹੁੰਦੀ ਆ, ਥਕਾਵਟ ਇਹਨੂੰ ਚੜੀ ਹੁੰਦੀ ਆ, ਕੋ ਰੋਟੀ ਛੋਟੀ ਵੀ ਤੁਸੀਂ ਪਕਾ ਦਿਆ ਕਰੋ। ਤੇ ਅਬੂ ਜਿਹੜੇ ਪਾਕਿਸਤਾਨ ਦੇ ਵਿੱਚ ਜਦੋਂ ਰਹਿੰਦੇ ਸੀ ਉਹ ਰੋਟੀ ਛੋਟੀ ਖਾਣਾ ਛਾਣਾ ਵੀ ਆਪ ਪਕਾ ਲੈਂਦੇ ਸੀ। ਜਦੋਂ ਉਹਨਾਂ ਦੀ ਬੁੱਢੀ ਜਿਹੜੀ ਬੀਵੀ ਫੌਤ ਹੋ ਗਈ ਤੇ ਉਹ ਕਾਰੀਗਰ ਸੀ, ਉਹਨਾਂ ਨੇ ਖਾਣਾ ਛਾਣਾ ਵੀ ਬਣਾਉਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਹੌਲੀ ਹੌਲੀ ਉਹ ਬੀਵੀ ਜਿਹੜੀ ਸੀ ਬੜੀ ਖੁਸ਼ ਹੋ ਗਈ ਕਿ ਲੈ ਵੀ ਸਾਨੂੰ ਇੱਕ ਨੌਕਰ ਲੱਭ ਗਿਆ ਜਿਹੜਾ ਪਾਕਿਸਤਾਨ ਚੋਂ ਆਇਆ ਤੇ ਸਾਨੂੰ ਨੌਕਰ ਨਹੀਂ ਰੱਖਣਾ ਪਿਆ। ਹੌਲੀ ਹੌਲੀ ਉਹਨੇ ਨਾ ਬੇਟੇ ਨੇ ਵਾਲਦ ਦੀ ਜ਼ਿੰਮੇਦਾਰ ਲਾਤੀ ਅਬੂ ਅਸੀਂ ਡਿਊਟੀ ਟਾਈਮ ਜਿਸ ਵੇਲੇ ਉੱਠਦੇ ਆ ਲੇਟ ਹੋ ਜਾਂਦੇ ਆ। ਆ ਜਿਹੜੀ ਬਰਫ਼ਬਾਰੀ ਬਾਹਰ ਹੁੰਦੀ ਆ ਗੱਡੀਆਂ ਦੇ ਉੱਤੇ ਬਰਫ਼ ਪਈ ਹੁੰਦੀ ਆ, ਤੁਸੀਂ ਹਟਾ ਹਟੂ ਦਿਆ ਕਰੋ ਤਾਂ ਕਿ ਸਾਡਾ ਟਾਈਮ ਜਿਹੜਾ ਉਹ ਬਾਜਿਆ ਕਰੇ, ਅਸੀਂ ਫਟਾਫਟ ਡਿਊਟੀ ਤੇ ਨਿਕਲ ਜਾ ਕਰੀਏ। ਤੇ ਹੁਣ ਅਬੂ ਨੂੰ ਵੀ ਪਤਾ ਲੱਗ ਗਿਆ ਵੀ ਇਹ ਤਾਂ ਮੈਨੂੰ ਨੌਕਰ ਬਣਾ ਕੇ ਰੱਖਦੇ ਨੇ, ਇਹਨਾਂ ਨੇ ਤਾਂ ਮੈਨੂੰ ਬਿਲਕੁਲ ਨੌਕਰ ਸਮਝ ਲਿਆ। ਤੇ ਅੱਬੂ ਵੀ ਚੁੱਪ ਕਰਕੇ ਵਿਚਾਰਾ ਜਿਹੜਾ ਉਹਦੀ ਉਮਰ ਉਦੋਂ 65 ਸਾਲ ਹੋ ਗਈ, 10 ਸਾਲ ਉਹਨੇ ਉੱਥੇ ਇਹ ਕੰਮ ਕੀਤਾ ਵਿਚਾਰੇ ਨੇ। ਕਰਦਾ ਰਿਹਾ ਤੇ ਦਿਲ ਦੇ ਵਿੱਚ ਸੋਚਦਾ ਰਿਹਾ ਇਹ ਮੇਰੀ ਔਲਾਦ ਆ। ਹਾਲਾਂਕਿ ਬੁਢਾਪੇ ਦੇ ਵਿੱਚ ਵਾਲਦੈਨ ਨੂੰ ਔਲਾਦ ਦਾ ਬੜਾ ਸਾਰਾ ਮਿਲਦਾ ਔਰ ਨੇਕ ਔਲਾਦ ਹੋਵੇ ਤੇ ਉਹ ਬਹੁਤ ਬੜਾ ਆਸਰਾ ਬਣ ਜਾਂਦੀ ਆ। ਇਨਸਾਨ ਐਵੇਂ ਤਾਂ ਨਹੀਂ ਅੱਲਾਹ ਅੱਗੇ ਦੁਆ ਕਰਦਾ ਯਾ ਅੱਲਾਹ ਬੇਟੇ ਅਤਾ ਫਰਮਾ, ਕਿਉਂਕਿ ਬੇਟਾ ਜਿਹੜਾ ਉਹ ਵਾਲਦੈਨ ਦਾ ਬੁਢਾਪੇ ਦੇ ਵਿੱਚ ਇੱਕ ਸਹਾਰਾ ਬਣ ਜਾਂਦਾ, ਵਾਲਦੈਨ ਨੂੰ ਸਾਂਭਦਾ ਆ। ਲੇਕਿਨ ਇਸ ਬਦਬਖਤ ਬੇਟੇ ਨੇ ਆਪਣੇ ਵਾਲਦ ਨੂੰ ਨੌਕਰ ਬਣਾ ਕੇ ਉੱਥੇ ਰੱਖਿਆ ਔਰ ਉਹਦੇ ਕੋਲੋਂ ਸਾਰਾ ਘਰ ਦਾ ਕੰਮ ਲੈਂਦੇ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਦੇ ਜ਼ਿੰਮੇ ਖਾਣੇ ਦਾ ਕੰਮ ਲਾਤਾ, ਸਫਾਈ ਦਾ ਲਾਤਾ, ਗੱਡੀਆਂ ਦੇ ਉੱਤੋਂ ਬਰਫ਼ ਸਾਫ਼ ਕਰਨਾ ਲਾਤਾ, ਬੱਚੇ ਨੂੰ ਸੰਭਾਲਣੇ ਦੀ ਜ਼ਿੰਮੇਵਾਰੀ ਲਾਤੀ। ਤੇ ਇਹ ਇੱਕ ਬਹੁਤ ਬੜੀ ਵਾਲਦੈਨ ਨਿਮਤ ਨੇ ਤੇ ਅੱਲਾਹ ਤਾਲਾ ਸਭ ਨੂੰ ਇਸ ਨਿਮਤ ਤੋਂ ਫਾਇਦਾ ਉਠਾਉਣ ਦੀ ਤੌਫੀਕ ਅਤਾ ਫਰਮਾਏ, ਕਿਉਂਕਿ ਵਾਲਦੈਨ ਦੀਆਂ ਦੁਆਵਾਂ ਜਿਹੜੀਆਂ ਅਰਸ਼ ਨੂੰ ਹਿਲਾ ਕੇ ਰੱਖ ਦਿੰਦੀਆਂ। ਇਸ ਵਾਸਤੇ ਵਾਲਦੈਨ ਦੀਆਂ ਦੁਆਵਾਂ ਜਿਹੜੀਆਂ ਨੇ ਨਾ ਉਹ ਲੈਣੀਆਂ ਚਾਹੀਦੀਆਂ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਚ ਰੱਖੇ। अस्सलामु अलैकुम व रहमतुल्लाहि व बरकातुहू।